ਸੁਖਵੀਰ ਦਾ ਜਾ ਕੇ ਧਰਨਾ ਮਾਰਦਾ ਹੈ ਕਿ ਜਿਹਦੇ ਰਾਜ ਪ੍ਰਬੰਧ ਚ ਐਸਜੀਪੀਸੀ ਦੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਨਹੀਂ, ਉਹ ਕਿੰਨੇ ਸਾਲਾਂ ਤੋਂ ਚੱਲ ਰਿਹਾ ਕਿ ਅਜੇ ਤੱਕ ਉਹਦਾ ਪਤਾ ਹੀ ਨਹੀਂ ਲੱਗਿਆ ਵੀ ਕੌਣ ਕਰ ਗਿਆ। 267 ਬੀੜਾਂ ਦੇ ਨਹੀਂ ਪਤਾ ਕਿ ਗੁਰੂ ਜੀ ਦੇ ਸਰੂਪ ਕਿੱਥੇ ਨੇ। ਉਹ ਲੋਕ ਧਰਨੇ ਮਾਰਨ ਲੋਕਾਂ ਨੂੰ ਬੜਾ ਹਾਸੋਹੀਣੀ ਗੱਲ ਲੱਗਦੀ ਹੈ। ठीक है, करो, चंगी गल है, अभी ये नहीं कहते भी माड़ी गल है, करो कर। बरमपुरा साहब ने मेरे ते उल्टा इल्जाम लाना शुरू करता, हालांकि मेरा तो कोई रोल नहीं। ਸ਼੍ਰੋਮਣੀ ਅਕਾਲੀ ਦਲ ਤੋਂ ਅਲੱਗ ਹੋ ਕੇ ਵੱਡਾ ਵਿਸਤਾਰ ਲਗਾਤਾਰ ਕਰਦੇ ਜਾ ਰਹੇ ਨੇ ਸੁਖਦੇਵ ਸਿੰਘ ਢੀਂਡਸਾ ਅੱਜ ਲੁਧਿਆਣਾ ਪਹੁੰਚੇ ਨੇ, ਜਿੱਥੇ ਉਹਨਾਂ ਵੱਲੋਂ ਪ੍ਰਸਿੱਧ ਉਦਯੋਗਪਤੀ ਜੀਐਸ ਆਟੋਕੋਮ ਦੇ ਮਾਲਕ ਸੁਰਿੰਦਰ ਸਿੰਘ ਰਿਆਤ ਨੂੰ ਆਪਣੇ ਨਾਲ ਜੋੜਿਆ ਗਿਆ ਵਾ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਨੂੰ ਅੱਜ ਆਪਣੇ ਨਾਲ ਜੋੜਿਆ ਗਿਆ ਤੇ ਲੁਧਿਆਣਾ ਦੇ ਵਿੱਚ ਮੌਜੂਦ ਨੇ ਸੁਖਦੇਵ ਸਿੰਘ ਢੀਂਡਸਾ ਜੀ। ਗੱਲਬਾਤ ਕਰ ਲੈਂਦੇ ਹਾਂ ਸਰ, ਲਗਾਤਾਰ ਵੱਖ-ਵੱਖ ਸਮਾਜਿਕ ਰਾਜਨੀਤਿਕ ਜਥੇਬੰਦੀਆਂ ਦੇ ਆਗੂ ਨਾਲ ਜੋੜਦੇ ਜਾ ਰਹੇ ਹੋ, ਕਿਸ ਤਰ੍ਹਾਂ ਦੀ ਅੱਗੇ ਪਲੈਨਿੰਗ ਹੈ ਤੇ ਹੁਣ 2022 ਦੇ ਵਿੱਚ ਕਿਸ ਤਰ੍ਹਾਂ ਦੀ ਰੂਪ ਰੇਖਾ ਰਹੇਗੀ? ਦੇਖੋ, ਦੋ ਗੱਲਾਂ ਹੈ। ਇੱਕ ਤਾਂ ਲੋਕਾਂ ਦੇ ਅੰਦਰ ਪਹਿਲਾਂ ਤੋਂ ਹੀ ਥਰਡ ਫਰੰਟ ਦੀ ਇੱਛਾ ਸੀ ਕਿ ਕਾਂਗਰਸ ਤੋਂ ਵੀ ਦੁਖੀ ਨੇ ਲੋਕ ਤੇ ਬਾਦਲਾਂ ਤੋਂ ਵੀ ਦੁਖੀ ਨੇ। ਥਰਡ ਫਰੰਟ ਦੀ ਸੀ, ਉਹਨਾਂ ਨੇ 2-3 ਅਟੈਂਪਟ ਕੀਤੀਆਂ ਕਿ ਸ਼ਾਇਦ ਕੋਈ ਬਣ ਜਾਏ, ਲੇਕਿਨ ਬਣ ਨਹੀਂ ਸਕੀ। ਚਾਹੇ ਸਰਬੱਤ ਖਾਲਸਾ ਸੀ, ਫਿਰ ਬਰਗਾੜੀ ਵਾਲਾ ਮੋਰਚਾ ਸੀ, ਫਿਰ ਆਮ ਆਦਮੀ ਪਾਰਟੀ ਜਿਤਾਈ। ਉਹ ਸਾਰਾ ਕੁਛ ਉਹਨਾਂ ਦੇ ਸਾਹਮਣੇ ਉਹ ਧਰਮ ਭਰਮ ਹੋ ਗਿਆ। ਉਹਨਾਂ 'ਚ ਵਿਸ਼ਵਾਸ ਪੈਦਾ ਕਰਨ ਲਈ ਅਸੀਂ ਕੁਛ ਬੰਦਿਆਂ ਨੇ ਫੈਸਲਾ ਕੀਤਾ ਕਿ ਜੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ, ਸਭ ਤੋਂ ਪਹਿਲਾਂ ਤਾਂ ਉਹਦਾ ਕੋਈ ਵੀ ਸਿੱਖ ਕੀ ਕੋਈ ਵੀ ਬੰਦਾ ਜਿਹੜਾ ਗੁਰੂ ਨੂੰ ਮੰਨਣ ਵਾਲਾ, ਜੋ ਧਾਰਮਿਕ ਆਦਮੀ ਹੈ, ਉਹ ਕਦੇ ਬਰਦਾਸ਼ਤ ਨਹੀਂ ਕਰ ਸਕਦਾ। ਲੋਕਾਂ 'ਚ ਗੁੱਸਾ ਬਹੁਤ ਸੀ। ਉਹ ਗੁੱਸੇ ਨੂੰ ਉਜਾਗਰ ਕਰਨ ਲਈ, ਉਹਨਾਂ ਗੁੱਸੇ ਨੂੰ ਜੋੜਨ ਲਈ ਲੋਕਾਂ ਨਾਲ ਅਸੀਂ ਆਵਾਜ਼ ਦਿੱਤੀ ਸੇਵਾਦਾਰਾਂ ਦੇ ਤੌਰ 'ਤੇ, ਅਤੇ ਲੋਕਾਂ ਦਾ ਕਾਫਲਾ ਸਾਡੇ ਨਾਲ ਜੁੜਨਾ ਸ਼ੁਰੂ ਹੋ ਗਿਆ। ਔਰ ਉਸੇ ਕਾਫਲੇ 'ਚ ਅੱਜ ਸਰਦਾਰ ਸੁਰਿੰਦਰ ਸਿੰਘ ਦੀ ਰਿਆਤ ਇਹ ਸਾਡੇ ਨਾਲ ਜੁੜੇ ਨੇ, ਇਹਨਾਂ ਦੇ ਸਾਥੀ ਜੁੜੇ ਨੇ। ਇਹਨਾਂ ਨੂੰ ਜੀ ਆਇਆਂ ਵੀ ਕਹਿੰਦੇ ਹਾਂ, ਇਹਨਾਂ ਨੂੰ ਧੰਨਵਾਦ ਵੀ ਕਰਦੇ ਹਾਂ। ਔਰ ਸਾਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਸਾਡਾ ਰੋਜ਼ ਹਰ ਰੋਜ਼, ਮੈਂ ਤੁਹਾਨੂੰ ਪਤਾ ਹੀ ਹੈ, ਜਾਣਾ ਕਦੇ ਕਿਤੇ, ਕਦੇ ਗੁਰਦਾਸਪੁਰ, ਕਦੇ ਹੁਸ਼ਿਆਰਪੁਰ, ਕਦੇ ਕਿਤੇ ਕਦੇ ਕਿਤੇ, ਅਤੇ ਲੋਕ ਦੁਖੀ ਬਹੁਤ ਨੇ, ਜੁੜਨਾ ਚਾਹੁੰਦੇ ਆ। ਹੌਲੀ ਹੌਲੀ ਵਿਸ਼ਵਾਸ ਪੈਦਾ ਜਦੋਂ ਸਾਡਾ ਹੋ ਗਿਆ, ਉਹਦੇ ਨਾਲ ਹੋਰ ਜ਼ਿਆਦਾ ਜੁੜ ਜਾਣਗੇ। ਸਰ, 2022 ਦੇ ਵਿੱਚ ਜਿਵੇਂ ਹੁਣ ਤੁਸੀਂ ਐਸਜੀਪੀਸੀ ਇਲੈਕਸ਼ਨਾਂ ਨੂੰ ਕਿਹਾ ਕਿ ਅਸੀਂ ਅੱਗੇ ਆਪ ਨਹੀਂ ਲੜਾਂਗੇ ਤੇ ਉਹਨਾਂ ਦਾ ਸਮਰਥਨ ਕਰਾਂਗੇ, ਜਿਹੜੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਇਲੈਕਸ਼ਨ ਹੋਣ, ਐਸਜੀਪੀ 2022 ਦੇ ਵਿੱਚ ਕੀ ਰੂਪ ਰੇਖਾ? ਤੁਸੀਂ ਆਪ ਮੈਦਾਨ ਦੇ ਵਿੱਚ ਉਤਰੋਗੇ ਕਿ ਇਹਦੇ ਵਿੱਚ ਵੀ ਪਿੱਛੋਂ ਦੀ ਸਪੋਰਟ ਕਰੋਗੇ? ਨਹੀਂ, ਦੇਖੋ, ਜਿੱਥੋਂ ਤੱਕ ਦਿੱਲੀ ਕਮੇਟੀ ਦਫਾ, ਉਹਦੇ 'ਚ ਅਸੀਂ ਆਪ, ਸਾਡੀ ਪਾਰਟੀ ਇਲੈਕਸ਼ਨ ਨਹੀਂ ਲੜੇਗੀ, ਲੇਕਿਨ ਬਾਦਲਾਂ ਦੇ ਖਿਲਾਫ ਜਿਹੜੇ ਗਰੁੱਪ ਹੋਣਗੇ ਸਾਰਿਆਂ ਨੂੰ ਇਕੱਠੇ ਕਰਾਂਗੇ। ਉਹਨਾਂ ਦੀ ਮੇਰੀ ਗੱਲਬਾਤ ਚੱਲ ਰਹੀ ਹੈ ਸਾਰਿਆਂ ਨਾਲ, ਔਰ ਛੋਟੇ ਮੋਟੇ ਗਰੁੱਪ ਨੇ, ਕੁਝ ਵੱਡੇ ਨੇ, ਅਤੇ ਉਹਨਾਂ ਦੀ ਗੱਲਬਾਤ ਕਾਫੀ ਹੱਦ ਤੱਕ ਠੀਕ ਨਿਭ ਜਾਏਗੀ। ਉਹਨਾਂ ਦੀ ਮਦਦ ਅਸੀਂ ਕਰਾਂਗੇ। ਜਿੱਥੋਂ ਤੱਕ ਇੱਥੋਂ ਦੀ ਐਸਜੀਪੀਸੀ ਦਾ ਔਰ ਇੱਥੋਂ ਦੀ ਅਸੈਂਬਲੀ ਦਾ, ਉਹ ਅਸੀਂ ਆਪ ਲੜਾਂਗੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਸਾਡੇ ਨਾਲ ਭਾਈ ਰਣਜੀਤ ਸਿੰਘ ਦਾ ਆਪਣੀ ਉਹਨਾਂ ਨੇ ਇੱਕ ਲਹਿਰ ਚਲਾਈ ਹੋਈ ਹੈ, ਉਹ ਸਿਰਫ ਸ਼੍ਰੋਮਣੀ ਕਮੇਟੀ ਲੜਨਗੇ। ਇਸੇ ਤਰ੍ਹਾਂ ਸਰਦਾਰ ਰਵਿੰਦਰ ਸਿੰਘ ਹੋਰਾਂ ਨੇ 1920 ਅਕਾਲੀ ਦਲ ਬਣਾਇਆ, ਉਹਨਾਂ ਨੇ ਵੀ ਕਿਹਾ ਸੀ ਸਿਰਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੜਾਂਗੇ। ਅਸੀਂ ਉਹਨਾਂ ਨੂੰ ਕਿਹਾ ਵੀ ਆਪਾਂ ਇਕੱਠੇ ਲੜਾਂਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਤੇ ਉਸ ਤੋਂ ਬਾਅਦ ਅਸੈਂਬਲੀ ਜਾ ਕੇ ਉਹ ਸਾਡੀ ਮਦਦ ਉਹ ਜਿੰਨੀ ਹੋ ਸਕੇਗੀ ਉਹ ਕਰਨਗੇ। ਇਸੇ ਤਰ੍ਹਾਂ ਹੋਰ ਵੀ ਜਿਹੜੀ ਗਰੁੱਪ ਨੇ ਛੋਟੇ ਛੋਟੇ, ਉਹ ਸਾਡੇ ਨਾਲ ਮਿਲਦੇ ਜਾ ਰਹੇ ਨੇ। ਜਿਵੇਂ ਕੱਲ੍ਹ ਹੀ ਜਿਹੜੇ 18.5 ਸਾਲ ਲਗਾਤਾਰ ਸਰਦਾਰ ਬਡਾਲਾ ਦੀ ਲੀਡਰਸ਼ਿਪ ਥੱਲੇ ਕਰਤਾਰਪੁਰ ਦੇ ਲਾਂਘੇ ਲਈ ਅਰਦਾਸ ਕਰਕੇ ਤੁਰਦੇ ਰਹੇ, ਉਹ ਜਥੇਬੰਦੀ, ਉਸ ਤੋਂ ਬਾਅਦ ਜਿਹੜਾ ਬਡਾਲਾ ਸਾਹਿਬ ਇਸ ਦੁਨੀਆ ਤੋਂ ਚਲੇ ਗਏ, ਉਸ ਤੋਂ ਬਾਅਦ ਗੁਰਵਿੰਦਰ ਸਿੰਘ ਬਾਜਵਾ ਸੀ ਜਿਹੜੇ ਲੀਡ ਕਰ ਰਹੇ ਸੀ, ਉਹ ਸਾਰੀ ਜਥੇਬੰਦੀ ਨਾਲ ਕੱਲ੍ਹ ਸਾਡੇ ਨਾਲ ਆ ਕੇ ਲੜੇ ਨੇ। ਔਰ ਗੁਰਵਿੰਦਰ ਸਿੰਘ ਬਾਜਵਾ ਮਾਝੇ ਦਾ ਆਮ ਆਦਮੀ ਪਾਰਟੀ ਦਾ ਇੰਚਾਰਜ ਸੀ, ਸਾਰਿਆਂ ਦਾ, ਸਾਰਾ ਕੁਛ ਉਹਦੇ ਸੀਗਾ। ਉਸਦੇ ਘਰ ਰਹਿੰਦੇ ਸੀ,
ਉਸੇ ਨਾਲ ਸੀ। ਉਹਨਾਂ ਨੇ ਸਾਰਾ ਕੁਝ ਛੱਡ ਕੇ ਉਹ ਸਾਡੇ ਨਾਲ ਲੜ ਗਏ। ਅੱਜ ਲੁਧਿਆਣਾ ਆਏ ਹੋ, ਲੁਧਿਆਣਾ ਦੇ ਵਿੱਚ ਵੀ ਵੱਡੇ ਚਿਹਰੇ ਦੇ ਤੁਹਾਡੇ ਨਾਲ ਜੁੜਨ ਦੀਆਂ ਪਿਛਲੇ ਦਿਨਾਂ ਦੇ ਵਿੱਚ ਚਰਚਾਵਾਂ ਚੱਲੀਆਂ ਨੇ। ਉਹ ਚਰਚਾਵਾਂ ਦੇ ਵਿੱਚ ਕਿੰਨੀ ਕੁ ਸੱਚਾਈ ਹੈ ਕਿ ਅਕਾਲੀ ਦਲ ਦੇ ਕੁਝ ਵੱਡੇ ਚਿਹਰੇ ਤੁਹਾਡੇ ਨਾਲ ਮੀਟਿੰਗਾਂ ਵੀ ਹੋਈਆਂ ਵਾ, ਪਰ ਉਹਨਾਂ ਵੱਲੋਂ ਡਿਨਾਈ ਕੀਤਾ ਜਾ ਰਿਹਾ ਕਿ ਸਾਡੀ ਕੋਈ ਮੀਟਿੰਗ ਨਹੀਂ ਹੋਈ? ਦੇਖੋ, ਮੈਂ ਕਿਸੇ ਦਾ ਨਾਂ ਨਹੀਂ ਲੈ ਸਕਦਾ ਇਸ ਵਕਤ, ਜਿਨ੍ਹਾਂ ਦੇ ਸਾਡੇ ਨਾਲ ਕੋਈ ਰਲਦਾ ਨਹੀਂ, ਕਿਸੇ ਦਾ ਨਾਂ ਨਹੀਂ। ਮੀਟਿੰਗਾਂ ਸਾਡੀਆਂ ਬਹੁਤ ਲੀਡਰ, ਮੈਨੂੰ ਪਤਾ ਵੀ ਉਹਨਾਂ 'ਚ ਬਹੁਤ ਦੁਖੀ ਨੇ ਲੋਕ ਬੈਠੇ, ਪਰ ਅੱਜ ਉਹਨੂੰ ਅਸੀਂ ਮੀਡੀਆ ਰਾਹੀਂ ਨਹੀਂ ਉਹਨਾਂ ਨੂੰ ਕਹਿ ਸਕਦੇ ਕੁਛ ਵੀ। ਇਸ ਕਰਕੇ ਮੈਂ ਕਿਸੇ ਦੇ ਨਾਂ ਨਹੀਂ, ਉਹ ਤੁਹਾਡੀ ਇੱਛਾ, ਜਿਹਦਾ ਮਰਜ਼ੀ ਨਾਲ ਨਹੀਂ, ਮੇਰੀ ਨਾ ਹੀ ਕੋਈ ਕਦੇ ਯਾਲੀ ਸਾਹਿਬ ਨਾਲ ਗੱਲ ਹੋਈ ਹੈ। ਲੇਕਿਨ ਬਹੁਤ ਲੋਕ ਨੇ ਜਿਨ੍ਹਾਂ ਦੀ ਸਾਡੇ ਨਾਲ ਗੱਲਬਾਤ ਚੱਲ ਰਹੀ ਹੈ, ਤੇ ਉਹ ਦੁਖੀ ਬਹੁਤ ਨੇ, ਲੇਕਿਨ ਮਜਬੂਰੀਆਂ ਨੂੰ ਕੁਝ ਲੋਕ ਬੈਠੇ ਨੇ। ਤੁਸੀਂ ਅਲੀ ਸਾਹਿਬ ਦਾ ਨਾਮ ਲਿਆ ਕਿ ਅਲੀ ਸਾਹਿਬ ਨਾਲ ਮੀਟਿੰਗ ਨਹੀਂ ਹੋਈ ਤੁਹਾਡੀ? ਨਹੀਂ, ਮੇਰੇ ਨਾਲ ਕੋਈ ਮੀਟਿੰਗ ਨਹੀਂ ਹੋਈ। ਲੇਕਿਨ ਯਾਲੀ ਦਾ ਜਿਹੜਾ ਜੇ ਉਹਦਾ ਬਿਆਨ ਠੀਕ ਸੀ ਤਾਂ ਉਹਦੀ ਗੱਲ ਠੀਕ ਸੀ। ਉਹ ਤੇ ਜਿਹੜੀ ਕਿਸੇ ਦੀ ਠੀਕ ਗੱਲ ਹੈ ਉਹਨੂੰ ਉਹਦੀ ਅਸੀਂ ਹਮੇਸ਼ਾ ਠੀਕ ਕਹਿੰਦੇ ਹਾਂ ਜੀ। ਬਿਲਕੁਲ, ਪਰ ਹੁਣ ਜੇ ਗੱਲ ਕਰੀਏ ਸਰਕਾਰ ਦੀ, ਪੰਜਾਬ ਸਰਕਾਰ ਦੇ ਉੱਤੇ ਜ਼ਹਿਰੀਲੀ ਸ਼ਰਾਬ ਕਾਂਡ ਨੂੰ ਲੈ ਕੇ ਲਗਾਤਾਰ ਵਿਰੋਧੀ ਪਾਰਟੀਆਂ ਹਮਲਾਵਰ ਨੇ। ਸ਼੍ਰੋਮਣੀ ਅਕਾਲੀ ਦਲ ਇਸ ਮੁੱਦੇ ਨੂੰ ਲੈ ਕੇ ਲਗਾਤਾਰ ਗਵਰਨਰ ਹਾਊਸ ਦੇ ਬਾਹਰ ਧਰਨੇ ਪ੍ਰਦਰਸ਼ਨ ਕਰ ਰਹੀ ਆ। ਤੁਸੀਂ ਇਸ ਮੁੱਦੇ ਨੂੰ ਕਿਸ ਤਰ੍ਹਾਂ ਦੇਖਦੇ ਹੋ? ਅਸੀਂ ਗਵਰਨਰ ਸਾਹਿਬ ਨੂੰ ਮਿਲੇ ਹਾਂ, ਸਾਡਾ ਗਰੁੱਪ ਮਿਲਿਆ। ਅਸੀਂ ਉਹਨਾਂ ਨੂੰ ਕਿਹਾ ਵੀ ਕੋਈ ਕਮਿਸ਼ਨਰ ਦੀ ਇਹ ਨਹੀਂ ਹੈ ਕਿ ਸਾਨੂੰ ਕਿਸੇ ਅਫਸਰ 'ਤੇ ਇਤਰਾਜ਼ ਹੈ, ਪਰ ਜਿਹੜੇ ਸਟੇਟ ਦੇ ਅਫਸਰ ਹੁੰਦੇ ਨੇ ਉਹ ਸਰਕਾਰ ਤੋਂ ਬਿਨਾਂ ਨਹੀਂ ਚੱਲ ਸਕਦੇ। ਉਹੀ ਰਿਪੋਰਟ ਦੇਣਗੇ ਜਿਹੜੀ ਸਰਕਾਰ ਚਾਹੁੰਦੀ ਹੁੰਦੀ ਹੈ। ਲੇਕਿਨ ਅਸੀਂ ਚਾਹੁੰਦੇ ਵੀ ਈਡੀ ਔਰ CBI ਉਹ ਇਨਕੁਆਇਰੀ ਕਰੇ ਅੰਡਰ ਦੀ ਸੁਪਰਵਿਜ਼ਨ ਆਫ ਹਾਈ ਕੋਰਟ। ਸ਼੍ਰੋਮਣੀ ਅਕਾਲੀ ਦਲ ਗਵਰਨਰ ਹਾਊਸ ਦੇ ਬਾਹਰ ਲਗਾਤਾਰ ਪ੍ਰਦਰਸ਼ਨ ਕਰ ਰਿਹਾ। ਵਿਕਰਮ ਮਜੀਠੀਆ ਵੱਲੋਂ ਪਹਿਲਾ ਦਿਨ ਪ੍ਰਦਰਸ਼ਨ ਕੀਤਾ ਗਿਆ। ਅੱਜ ਵਿਕਰਮ ਮਜੀਠੀਆ ਉੱਥੇ ਪਿੰਡ ਮੁੱਛਲ ਦੇ ਵਿੱਚ ਜਿਹੜੇ ਭੋਗ ਹੈਗੇ ਆ, ਜਿਨ੍ਹਾਂ ਦੀ ਡੈਥ ਹੋਈ ਆ, ਉਹਨਾਂ ਦੇ ਪਰਿਵਾਰਾਂ ਦੇ ਨਾਲ ਉਹਨਾਂ ਦੇ ਭੋਗ ਦੇ ਵਿੱਚ ਅਟੈਂਡ ਕਰਨ ਗਏ ਨੇ। ਕਿਸ ਤਰ੍ਹਾਂ ਦੇਖਦੇ ਹੋ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਇਸ ਮੁੱਦੇ ਨੂੰ ਲੈ ਕੇ ਸਰਕਾਰ ਦੇ ਵਿਰੁੱਧ ਹਮਲਾਵਰ ਆ? ਨਹੀਂ, ਸਾਨੂੰ ਇਹ ਤੇ ਕੋਈ ਇਤਰਾਜ਼ ਨਹੀਂ ਕੀ ਕਰਦੇ ਨੇ, ਪਰ ਉਹ ਆਪਦੇ ਥੋੜ੍ਹਾ ਜਿਹਾ ਆਪਦੇ ਪਿਛੋਕੜ ਤਾਂ ਦੇਖ ਲੈਣ ਕਿ 10 ਸਾਲ 'ਚ ਉਹਨਾਂ ਨੇ ਕੀ ਕੀਤਾ ਸੀ। ਅਸੀਂ ਇਹ ਨਹੀਂ ਉਹ ਕੋਈ ਇਤਰਾਜ਼ ਨਹੀਂ ਹੈ ਸਾਨੂੰ, ਮਾਰਨ ਧਰਨੇ ਕੋਈ ਚੰਗੀ ਗੱਲ ਹੈ। ਅਸੀਂ ਵੀ ਉਸ ਗੱਲ ਦੇ ਖਿਲਾਫ ਹਾਂ ਕਿ ਕੈਪਟਨ ਜਿਹੜਾ ਕਹਿ ਰਿਹਾ ਸੀ ਮੈਂ 40 ਦਿਨ 'ਚ ਨਸ਼ੇ ਖਤਮ ਕਰ ਦੂੰ, ਉਹਦੇ ਰਾਜ 'ਚ ਅੱਜ ਜੋ ਕੁਛ ਹੋ ਰਿਹਾ ਉਹ ਸਾਰੀ ਦੁਨੀਆ ਦੇ ਸਾਹਮਣੇ ਹੈ। ਧਰਨੇ ਮਾਰਨ ਦਾ ਕੋਈ ਹਰਜ ਨਹੀਂ, ਅਸੀਂ ਨਹੀਂ ਉਹਨੂੰ ਅਪੋਜ਼ ਨਹੀਂ ਕਰਦੇ, ਪਰ ਮੈਂ ਕਹਿੰਦਾ ਕਿਹੜੇ ਮੂੰਹ ਨਾਲ ਮਾਰ ਰਹੇ ਨੇ ਜਿਨ੍ਹਾਂ 'ਤੇ ਇਲਜ਼ਾਮ ਹੀ ਲੱਗੇ ਕਿ ਉਹਨਾਂ ਨੇ ਸ਼ੁਰੂ ਕੀਤਾ ਨਸ਼ਿਆਂ ਦਾ ਕੰਮ, ਅਤੇ ਉਹ ਕਿਹੜੀ ਉਸ ਨਾਲ ਮਾਰ ਰਹੇ ਨੇ। ਹੁਣ ਦੱਸੋ, ਕੱਲ੍ਹ ਉਹਨਾਂ ਨੇ ਕਲਿਆਣ 'ਚ ਉਹਨਾਂ ਦੇ ਪਿੰਡ ਤਾਂ ਉਹ ਗਏ ਨਹੀਂ, ਕਲਿਆਣ ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਲੈ ਕੇ ਕੋਈ ਬਹੁਤ ਦੁੱਖ ਦੀ ਗੱਲ ਹੈ। ਇੱਦੋਂ ਵੱਡੀ ਗੱਲ ਹੋ ਨਹੀਂ ਸਕਦੀ। ਉਹਦੀ ਇਨਕੁਆਇਰੀ ਹੋਣੀ ਚਾਹੀਦੀ ਹੈ, ਉਹਦੇ ਨਿਕਲਣੀ ਚਾਹੀਦੀ ਹੈ ਕੌਣ ਲੈ ਗਿਆ। ਲੇਕਿਨ ਸੁਖਵੀਰ ਦਾ ਜਾ ਕੇ ਧਰਨਾ ਮਾਰਦਾ ਹੈ ਕਿ ਜਿਹਦੇ ਰਾਜ ਪ੍ਰਬੰਧ SGPC ਦੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਨਹੀਂ, ਉਹ ਕਿੰਨੇ ਸਾਲਾਂ ਤੋਂ ਚੱਲ ਰਿਹਾ ਕਿ ਅਜੇ ਤੱਕ ਉਹਦਾ ਪਤਾ ਹੀ ਨਹੀਂ ਲੱਗਿਆ ਵੀ ਕੌਣ ਕਰ ਗਿਆ। 267 ਬੀੜਾਂ ਦੇ ਨਹੀਂ ਪਤਾ ਕਿ ਗੁਰੂ ਸਾਹਿਬ ਦੇ ਸਰੂਪ ਕਿੱਥੇ ਨੇ, ਅਤੇ ਉਹ ਲੋਕ ਧਰਨੇ ਮਾਰਨ ਲੋਕਾਂ ਨੂੰ ਬੜਾ ਹਾਸੋਹੀਣੀ ਗੱਲ ਲੱਗਦੀ ਹੈ। ਠੀਕ ਹੈ, ਕਰੋ, ਚੰਗੀ ਗੱਲ ਹੈ। ਅਸੀਂ ਇਹਦਾ ਨਹੀਂ ਕਹਦੇ ਵੀ ਮਾੜੀ ਗੱਲ ਹੈ, ਕਰੋ, ਕਰ ਦਿਓ। ਤੇ ਦੂਜੇ ਪਾਸੇ ਜੇ ਗੱਲ ਕਰੀਏ ਇਸ ਮੁੱਦੇ ਨੂੰ ਹੀ ਲੈ ਕੇ ਕਾਂਗਰਸ ਦੇ ਅੰਦਰ ਸ਼ਮਸ਼ੇਰ ਸਿੰਘ ਦੁੱਲੋ ਅਤੇ ਪ੍ਰਤਾਪ ਸਿੰਘ ਬਾਜਵਾ ਮੈਂਬਰ ਪਾਰਲੀਮੈਂਟ ਰਾਜ ਸਭਾ ਦੋਨਾਂ ਵੱਲੋਂ ਵੱਡੀਆਂ ਓਬਜੈਕਸ਼ਨਾਂ ਜਤਾਈਆਂ ਜਾ ਰਹੀਆਂ। ਤੁਸੀਂ ਵੀ ਮੈਂਬਰ ਪਾਰਲੀਮੈਂਟ ਹੋ, ਕਾਂਗਰਸ ਉਹਨਾਂ ਨੂੰ ਕਹਿੰਦੀ ਹੈ ਕਿ ਚੱਲੇ ਹੋਏ ਕਾਰਤੂਸ ਨੇ ਜਾਂ ਇਹਨਾਂ ਨੂੰ ਜਿਹੜੀ ਹੈਗੀ ਹੈ ਨੁਮਾਇੰਦਗੀ ਪਾਰਟੀ ਵੱਲੋਂ ਦਿੱਤੀ ਗਈ ਆ, ਨਾ ਕਿ ਇਹਨਾਂ ਦੇ ਆਪਣੇ ਕੈਲੀਬਰ ਨੂੰ ਦੇਖਦੇ ਹੋਏ ਦਿੱਤੀ ਗਈ ਆ। ਪਰ ਕਿਸ ਤਰ੍ਹਾਂ ਦੇਖਦੇ ਹੋ ਕਿ ਜਦੋਂ ਸਰਕਾਰ ਨੂੰ ਲਗਾਤਾਰ ਕਾਂਗਰਸ ਦੇ ਅੰਦਰੋਂ ਹੀ ਘੇਰਿਆ ਜਾ ਰਿਹਾ? ਦੇਖੋ, ਡੈਮੋਕ੍ਰੇਟਿਕ ਸਿਸਟਮ ਹੈ, ਸਾਨੂੰ ਕੀ ਇਤਰਾਜ਼ ਹੈ ਅਕਾਲੀ ਦਲ 'ਤੇ? ਇਹੀ ਇਤਰਾਜ਼ ਹੈ ਨਾ ਕਿ ਕੋਈ ਡੈਮੋਕ੍ਰੇਸੀ ਨਹੀਂ ਰਹੀ। ਇਸੇ ਤਰ੍ਹਾਂ ਜੇ ਡੈਮੋਕ੍ਰੇਟਿਕ ਸਿਸਟਮ 'ਚ ਕੋਈ ਗੱਲ ਆਪਦੀ ਕਹਿੰਦਾ ਹੈ ਤਾਂ ਉਹਨਾਂ 'ਤੇ ਇਤਰਾਜ਼ ਕਿਉਂ ਹੈ ਪਾਰਟੀ ਨੂੰ? ਉਹਦਾ ਪਾਰਟੀ 'ਚ ਬੈਠ ਕੇ ਜਵਾਬ ਦੇਣ ਬਜਾਏ ਇਸ ਦੇ ਉਹਨਾਂ ਦਾ ਇਤਰਾਜ਼ ਕਰਨ ਦੇ। ਠੀਕ ਹੈ, ਉਹਨਾਂ ਦਾ ਪ੍ਰਾਈਵੇਟ ਆਪਦੀ ਪਾਰਟੀ ਦਾ ਮਸਲਾ, ਜੋ ਮਰਜ਼ੀ ਕਰਨ, ਪਰ ਸੱਚੀ ਗੱਲ ਨੂੰ ਕਹਿਣ ਨਾਲ ਤਾਂ ਕਿਸੇ ਨੂੰ ਰੋਕ ਨਹੀਂ ਹੈ ਕਿ ਉਹ ਕਿਸੇ ਪਾਰਟੀ ਨਾਲ ਬੰਨਿਆ ਹੋਵੇ। ਤੁਹਾਨੂੰ ਕੀ ਲੱਗਦਾ ਕਿ ਜੋ ਜਿਸ ਤਰ੍ਹਾਂ ਦੀ ਓਬਜੈਕਸ਼ਨ ਆ ਉਹਨਾਂ ਵੱਲੋਂ ਜਤਾਈਆਂ ਜਾ ਰਹੀਆਂ ਜਾਂ ਜਿਸ ਤਰ੍ਹਾਂ ਦੇ ਉਹਨਾਂ ਵੱਲੋਂ ਬਿਆਨ ਦਿੱਤੇ ਜਾ ਰਿਹਾ, ਉਹਨਾਂ ਨੂੰ ਡੈਮੋਕ੍ਰੇਟਿਕ ਦੇ ਵਿੱਚ ਹੱਕ ਹੈਗਾ ਕਿ ਮਤਲਬ ਕਿ ਉਹ ਆਪਣੇ ਬਿਆਨ ਰੱਖ ਸਕਦੇ ਨੇ? ਹਰੇਕ ਨੂੰ ਹੱਕ ਹੈ ਜੀ, ਆਪਣੀ ਗੱਲ ਤਾਂ ਕਹਿਣ ਦਾ ਹੱਕ ਹੈ।
ਪਹਿਲਾਂ ਪਾਰਟੀ 'ਚ ਕਹਿਣ ਦਾ ਹੱਕ ਹੈ, ਜੇ ਪਾਰਟੀ 'ਚ ਨਾ ਸੁਣੇ ਕੋਈ ਫਿਰ ਬਾਹਰ ਕਰਨ ਦਾ ਹੱਕ ਹੈ ਉਹਨੂੰ। ਬਿਆਨਾਂ ਤੋਂ ਬਾਅਦ ਹੁਣ ਲਗਾਤਾਰ ਬਿਆਨ ਜਿਹੜਾ ਮਾਮਲਾ ਭਖਿਆ ਹੋਇਆ ਤੇ ਕੱਲ ਪ੍ਰਤਾਪ ਸਿੰਘ ਬਾਜਵਾ ਦੀ ਪੰਜਾਬ ਦੀ ਸਿਕਿਉਰਿਟੀ ਵਾਪਸ ਲੈ ਲਈ ਗਈ ਹੈ। ਦੇਖੋ ਇਹ ਸਿਕਿਉਰਟੀਆਂ ਵਾਪਸ ਲੈਣੀਆਂ ਤਾਂ ਮੁਨਾਸਿਬ ਨਹੀਂ ਹੈ ਕਿ ਜੇ ਕੋਈ ਮੁਖਾਲਫਤ ਕਰਦਾ ਤਾਂ ਉਹਦੀ ਸਿਕਿਉਰਿਟੀ ਵਾਪਸ ਲੈ ਲਓ, ਇਹ ਮੈਂ ਨਹੀਂ ਸਮਝਦਾ ਕੋਈ ਚੰਗੀ ਗੱਲ ਹੈ। ਉਹ ਤਾਂ ਇਨਸਾਨ ਦਾ ਪਰਸਨਲ ਸਿਕਿਉਰਿਟੀ ਹੁੰਦੀ ਹੈ ਕਿ ਉਹਨੂੰ ਖਤਰਾ ਨਾ ਹੋਵੇ ਲੀਡਰਾਂ ਦੇ, ਤੇ ਸਿਕਿਉਰਿਟੀ ਲੈਣੀ ਕੋਈ ਇਹੋ ਤਾਂ ਮੁਨਾਸਿਬ ਤਾਂ ਹੈ ਨਹੀਂ। ਕਾਂਗਰਸ ਦੇ ਲੀਡਰ ਹੀ ਹੁਣ ਕਹਿਣ ਲੱਗੇ ਨੇ ਕਿ ਈਡੀ ਜਿਵੇਂ ਹੁਣ ਈਡੀ ਦੀ ਮੰਗ ਹੋ ਰਹੀ ਹੈ, ਈਡੀ ਕੋਲ ਜਾਂਚ ਹੋਵੇ, ਸੀਬੀਆਈ ਤੋਂ ਜਾਂਚ ਹੋਵੇ, ਪਰ ਕਾਂਗਰਸ ਦੇ ਲੀਡਰ ਕਹਿੰਦੇ ਨੇ ਈਡੀ ਜਾਂ ਸੀਬੀਆਈ ਦਾ ਮਤਲਬ ਹੈ ਅਮਿਤ ਸ਼ਾਹ। ਜੇ ਹੁਣ ਵਿਰੋਧੀ ਪਾਰਟੀਆਂ ਅਮਿਤ ਸ਼ਾਹ ਕੋ ਜਾਂਚ ਕਰਵਾਉਣਾ ਚਾਹੁੰਦੀਆਂ ਤੇ ਸਾਨੂੰ ਉਹਦੇ ਤੇ ਪੂਰੀ ਆਬਜੈਕਸ਼ਨ ਹੈ, ਅਸੀਂ ਅਮਿਤ ਸ਼ਾਹ ਤੋਂ ਜਾਂਚ ਨਹੀਂ ਕਰਵਾਉਣਾ ਚਾਹੁੰਦੇ। ਉਹ ਕਰਾਉਣਾ ਹੀ ਨਹੀਂ ਚਾਹੁੰਦੇ ਜੀ, ਉਹਨਾਂ ਕੋਈ ਬਹਾਨਾ ਤਾਂ ਚਾਹੀਦਾ ਹੀ ਹੈ। ਚਲੋ ਉਹਦੇ ਬਾਰੇ ਹੁਣ ਅਸੀਂ ਤਾਂ ਸਾਡੀ ਤਾਂ ਆਪ ਮੰਗ ਆ ਵੀ ਈਡੀ ਤੇ ਸੀਬੀਆਈ ਤੋਂ ਹੋਣੀ ਚਾਹੀਦੀ। ਤੇ ਦੂਜੇ ਪਾਸੇ ਲਗਾਤਾਰ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਵੀ ਚਰਚਾਵਾਂ ਚੱਲ ਰਹੀਆਂ ਨੇ ਕਿ ਨਵਜੋਤ ਸਿੰਘ ਸਿੱਧੂ ਦਾ ਅਗਲਾ ਸਟੈਪ ਕੀ ਰਹੇਗਾ, ਤੇ ਆਮ ਆਦਮੀ ਪਾਰਟੀ ਵੀ ਕਿਹਾ ਜਾ ਰਿਹਾ ਤੇ ਨਵਜੋਤ ਕੌਰ ਸਿੱਧੂ ਵੱਲੋਂ ਇੱਕ ਟਵੀਟ ਕਰਕੇ ਬੀਜੇਪੀ ਨੂੰ ਫਿਰ ਉਹਨਾਂ ਵੱਲੋਂ ਬੀਜੇਪੀ ਦੇ ਹੱਕ ਦੇ ਵਿੱਚ ਇੱਕ ਜਿਹੜਾ ਟਵੀਟ ਕੀਤਾ ਗਿਆ ਸੀ, ਜਿਹਦੇ ਵਿੱਚ ਕਿਹਾ ਸੀ ਕਿ ਜੇ ਅਕਾਲੀ ਦਲ ਦੇ ਨਾਲ ਸੰਬੰਧ ਵਿਛੇਦ ਕਰਦੀ ਹੈ ਬੀਜੇਪੀ ਤਾਂ ਬੀਜੇਪੀ ਦੇ ਵਿੱਚ ਅਸੀਂ ਵਾਪਸ ਜਾਣ ਬਾਰੇ ਵਿਚਾਰ ਕੀਤਾ ਜਾ ਸਕਦਾ ਵਾ। ਕਿਸ ਤਰ੍ਹਾਂ ਦੇਖਦੇ ਹੋ? ਦੇਖੋ ਉਹਦੇ 'ਚ ਤਾਂ ਉਹਨਾਂ ਦੇ ਪਰਸਨਲ ਹੈਗਾ, ਉਹ ਕੀ ਫੈਸਲਾ ਕਰਦੇ ਨੇ ਉਹਨਾਂ 'ਤੇ ਹੈ। ਅਸੀਂ ਉਹਦੇ ਮੈਂ ਨਹੀਂ ਉਹਦੇ ਕੋਈ ਕਮੈਂਟ ਕਰ ਸਕਦਾ, ਉਹਦੇ 'ਚ ਮੇਰਾ ਕਮੈਂਟ ਕਰਨਾ ਮੁਨਾਸਿਬ ਨਹੀਂ ਹੈ। ਤੁਹਾਡੇ ਵੀ ਬੀਜੇਪੀ ਦੇ ਨਾਲ ਚਰਚਾਵਾਂ ਚੱਲ ਰਹੀਆਂ ਸੀ ਕਿ ਤੁਹਾਡੇ ਵੀ ਸੰਬੰਧ ਬੀਜੇਪੀ ਦੇ ਨਾਲ ਚੱਲ ਰਹੇ ਆ, ਕਿਸ ਤਰ੍ਹਾਂ ਦੇਖਦੇ ਹੋ ਕਿ ਤੁਹਾਨੂੰ ਵੀ ਕਿਹਾ ਜਾ ਰਿਹਾ ਕਿ ਤੁਸੀਂ ਵੀ ਆਉਣ ਵਾਲੇ 2022 ਇਲੈਕਸ਼ਨਾਂ ਦੇ ਵਿੱਚ ਬੀਜੇਪੀ ਦੀ ਸਪੋਰਟ ਲੈ ਸਕਦੇ ਹੋ ਜਾਂ ਦੇ ਸਕਦੇ ਹੋ? ਕੋਈ ਕਹਿੰਦਾ ਬੀਜੇਪੀ ਨਾਲ ਮੈਂ ਰਲਿਆ ਹੋਇਆ, ਕੋਈ ਕਹਿੰਦਾ ਮੈਂ ਕਾਂਗਰਸ ਨਾਲ ਰਲਿਆ ਹੋਇਆ, ਕੋਈ ਕਹਿੰਦਾ ਮੈਂ ਆਮ ਆਦਮੀ ਨਾਲ ਮੇਰੀ ਗੱਲਬਾਤ ਚੱਲ ਰਹੀ ਹੈ, ਕੋਈ ਕਹਿੰਦਾ ਮੇਰੀ ਬੀਐਸਪੀ ਨਾਲ ਚੱਲ ਰਹੀ ਹੈ, ਕੋਈ ਕੁਛ ਕਹੀ ਜਾਵੇ। ਮੈਂ ਤਾਂ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰਨ 'ਤੇ ਲੱਗਿਆ ਹੋਇਆ, ਔਰ ਨਾਲ ਹੀ ਜੋ ਬੇਅਦਬੀਆਂ ਹੋਈਆਂ ਨੇ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਭੰਗ ਹੋਈ ਹੈ, ਔਰ ਦੂਸਰਾ ਜੋ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਢੰਗ ਨਾਲ ਨਹੀਂ ਚੱਲ ਰਿਹਾ, ਉਹਨਾਂ ਦੇ ਲਈ ਸਾਡੀ ਜਦੋਜਹਿਦ ਹੈ। ਉਹ ਸਾਡੀ ਜਦੋਜਹਿਦ ਸਾਨੂੰ ਕੌਣ ਕੀ ਕਹਿੰਦਾ, ਕੋਈ ਕੁਛ ਕਹੀ ਜਾਵੇ ਮੇਰੀ ਕਿਸੇ ਨਾਲ, ਨਾ ਕੋਈ ਸਾਬਤ ਕਰ ਦੇ ਮੇਰੀ ਗੱਲ ਹੋਈ ਹੋਵੇ ਕਿਸੇ ਨਾਲ, ਕੋਈ ਮੀਟਿੰਗ ਹੋਈ ਹੋਵੇ ਮੇਰੀ ਸਾਬਤ ਕਰ ਦੇਣ। ਐਵੇਂ ਕਿਸੇ ਨਾਲ ਇਲਜ਼ਾਮ ਲਾਈ ਜਾਣਾ ਕੋਈ ਲਾ ਸਕਦਾ, ਪੋਲੀਟਿਕਸ ਕੋਈ ਕਿਸੇ ਨੂੰ ਨਹੀਂ। ਹੁਣ ਬ੍ਰਹਮਪੁਰਾ ਸਾਹਿਬ ਦੇ ਨਾਲ ਕੀ ਹੁਣ ਸਥਿਤੀ ਹੈਗੀ? ਬ੍ਰਹਮਪੁਰਾ ਸਾਹਿਬ ਦੇ ਨਾਲ ਤੁਸੀਂ ਕਿਹਾ ਸੀ ਉਹਨਾਂ ਨੂੰ ਮਨਾਵਾਂਗੇ, ਤੇ ਬ੍ਰਹਮਪੁਰਾ ਸਾਹਿਬ ਵਾਪਸ ਆਉਂਦੇ ਨਜ਼ਰ ਆ ਰਹੇ ਨੇ ਕਿਉਂਕਿ ਉਹਦਾ ਸਾਫ਼-ਸਾਫ਼ ਕਹਿ ਰਹੇ ਨੇ ਕਿ ਸੇਵਾ ਸਿੰਘ ਸੇਖਵਾ ਜਾਂ ਹੋਰ ਜਿਹੜੇ ਉਹਨਾਂ ਦੇ ਲੀਡਰ ਸੀ ਉਹਨਾਂ ਨੇ ਸਿੱਧਾ ਉਹਨਾਂ ਦੀ ਪਿੱਠ ਦੇ ਵਿੱਚ ਛੁਰਾ ਖੋਪਿਆ ਵਾ। ਦੇਖੋ ਮੇਰੇ ਕੋਲ ਤਾਂ ਉਹਨਾਂ ਦੇ 5 ਕੋਰ ਕਮੇਟੀ ਦੇ ਮੈਂਬਰ ਸੀ ਉੱਥੇ ਨੇ ਬ੍ਰਹਮਪੁਰਾ ਸਾਹਿਬ ਦੇ, ਉਹ ਚਾਰੇ ਇਕੱਠੇ ਹੋ ਕੇ ਆਏ ਸੀ ਕਿ ਅਸੀਂ ਬ੍ਰਹਮਪੁਰਾ ਸਾਹਿਬ ਨੂੰ ਕਿਹਾ ਵੀ ਆਪਾਂ ਤੋੜੀਏ ਤੇ ਅਸੀਂ ਆਪਾਂ ਇਕੱਠੇ ਹੋ ਕੇ ਚੱਲੀਏ। ਉਹ ਨਹੀਂ ਮੰਨੇ, ਅਸੀਂ ਚਾਰੇ ਤੁਹਾਡੇ ਨਾਲ ਆ। ਉਸ ਤੋਂ ਬਾਅਦ 2 ਬੰਦੇ ਵਾਪਸ ਚਲੇ ਗਏ, 2 ਮੇਰੇ ਨਾਲ ਹੀ ਨੇ, ਤੇ ਬ੍ਰਹਮਪੁਰਾ ਸਾਹਿਬ ਨੇ ਮੇਰੇ ਤੇ ਉਲਟਾ ਇਲਜ਼ਾਮ ਲਾਉਣਾ ਸ਼ੁਰੂ ਕਰਤਾ। ਹਾਲਾਂਕਿ ਮੇਰਾ ਤਾਂ ਕੋਈ ਰੋਲ ਨਹੀਂ, ਮੇਰੇ ਤਾਂ ਘਰ ਆਏ ਨੇ ਉਹ, ਮੈਂ ਤਾਂ ਕਿਸੇ ਨੂੰ ਨਹੀਂ ਕਹਿ ਸਕਦਾ ਵੀ ਮੇਰੀ ਪਾਰਟੀ ਮੇਰੇ ਨਾਲ ਨਾ ਚੱਲੋ, ਕਿਉਂਕਿ ਮੈਂ ਤਾਂ ਇੱਕ ਇਸ਼ੂ ਲੈ ਕੇ ਚੱਲੇ ਹਾਂ। ਮੇਰਾ ਕੋਈ ਕਿਸੇ ਨਾਲ ਜਾਤੀ ਦਾ ਹੈ ਨਹੀਂ, ਅਸੀਂ ਤਾਂ ਇਸ਼ੂ ਲੈ ਕੇ ਚੱਲੇ ਹੋਏ ਹਾਂ। ਉਹ ਇਸ਼ੂ 'ਤੇ ਕੋਈ ਆ ਕੇ ਰਲਦੇ ਨੇ, ਅਸੀਂ ਵੈਲਕਮ ਕਰਦੇ ਹਾਂ ਦੇਖੋ। ਅਤੇ ਅਸੀਂ ਤਾਂ ਬ੍ਰਹਮਪੁਰਾ ਸਾਹਿਬ ਦੇ, ਮੈਂ ਤਾਂ 3 ਵਾਰੀ ਮਿਲ ਚੁੱਕਿਆ ਉਹਨਾਂ ਨੂੰ, ਉਹਨਾਂ ਦੇ ਘਰ ਜਾ ਕੇ ਮਿਲ ਚੁੱਕਿਆ, ਮੈਂ PGI ਜਾ ਕੇ ਮਿਲਿਆ, ਅਤੇ ਹੁਣ ਉਹ ਜੋ ਮਰਜ਼ੀ ਕਰਨ, ਪਰ ਮੇਰੇ ਤਾਂ ਉਹ ਸਤਿਕਾਰਯੋਗ ਨੇ ਜੀ। ਤੇ ਕੋਈ ਸਹਿਮਤੀ ਬਣ ਰਹੀ ਹੈ ਕਿ ਹੁਣ ਉਹਨਾਂ ਨਾਲ ਤੁਹਾਡੇ ਨਾਲ ਰਲੇਵਾਂ ਹੋਏਗਾ ਜਾਂ ਬਾਕੀ ਚੱਲਣ? ਵਿੱਚ ਬੰਦੇ ਪਏ ਹੋਏ ਨੇ ਜੀ, ਮੈਂ ਵੀ ਮਿਲੂੰਗਾ ਜਦੋਂ ਆਏ ਕਿਤੇ ਚੰਡੀਗੜ੍ਹ, ਵਿੱਚ ਬੰਦੇ ਪਏ ਹੋਏ ਨੇ। ਮੇਰਾ ਹੁਣ ਇੱਕ ਲਾਸਟ ਕੁਐਸਚਨ ਹੈ, 2022 ਦੀ ਲਗਾਤਾਰ ਤਿਆਰੀ ਕਰ ਰਹੇ ਹੋ, ਤੁਸੀਂ ਖੁਦ ਚੁਣਾਵ ਮੈਦਾਨ ਵਿੱਚ ਉਤਰੋਗੇ ਜਾਂ ਪਰਮਿੰਦਰ ਢੀਂਡਸੇ ਦੇ ਜ਼ਰੀਏ ਆਪਣੇ ਆਪ ਨੂੰ ਫੇਸ ਕਰੋਗੇ? ਨਹੀਂ, ਮੇਰਾ ਆਪਦੇ ਆਪ ਨੂੰ ਕੋਈ ਸੇਫ ਨਹੀਂ, ਨਾ ਤਾਂ ਮੈਂ ਪਰਮਿੰਦਰ ਢੀਂਡਸੇ ਦਾ ਹੀ ਹਾਂ। ਮੈਂ ਇੱਕੋ ਗੱਲ ਫੈਸਲਾ ਕਰਕੇ ਤੁਰਿਆ ਕਿ ਨਾ ਮੈਂ SGPC ਇਲੈਕਸ਼ਨ ਲੜਾਂ, ਨਾ ਮੈਂ MLA ਦੀ ਲੜਾਂ, ਨਾ ਮੈਂ MP ਦੀ ਲੜਾਂ। ਮੈਂ ਕੋਈ ਇਲੈਕਸ਼ਨ ਨਹੀਂ ਲੜਨੀ। ਮੈਂ ਜਿੰਨੀ ਦੇਰ 22 ਤੱਕ, ਮੈਂ ਤੋਂ ਬਾਅਦ ਮੈਂ ਆਪਣੇ ਆਪ ਨੂੰ ਮੈਂ ਰਿਟਾਇਰ ਕਰ ਲੈਣਾ, ਮੇਰਾ ਕੋਈ ਸੰਬੰਧ ਨਹੀਂ। 22 ਦੀ ਇਲੈਕਸ਼ਨ ਖੁਦ ਨਹੀਂ ਲੜੋਗੇ ਤੁਸੀਂ? ਮੈਂ ਨਹੀਂ ਲੜੂੰਗਾ ਜੀ। ਬਿਲਕੁਲ ਆ ਸੀਗੇ ਸੁਖਦੇਵ ਸਿੰਘ ਢੀਂਡਸਾ, ਜਿਨ੍ਹਾਂ ਦਾ ਸਾਫ਼ ਕਹਿਣਾ ਹੈ
ਕਿ ਜ਼ਹਿਰੀਲੀ ਸ਼ਰਾਬ ਕਾਂਡ ਦੇ ਮੁੱਦੇ ਦੇ ਉੱਤੇ ਈਡੀ ਅਤੇ ਸੀਬੀਆਈ ਤੋਂ ਜਾਂਚ ਹੋਣੀ ਚਾਹੀਦੀ ਹੈ, ਪਰ ਸ਼੍ਰੋਮਣੀ ਅਕਾਲੀ ਦਲ ਇਸ ਮੁੱਦੇ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕਰ ਰਿਹਾ ਵਾ। ਬੇਸ਼ੱਕ ਧਰਨਾ ਪ੍ਰਦਰਸ਼ਨ ਕਰਨਾ ਉਹਨਾਂ ਦਾ ਹੱਕ ਹੈ, ਪਰ ਉਹਨਾਂ ਨੂੰ ਖੁਦ ਦੇਖਣਾ ਚਾਹੀਦਾ ਕਿ ਉਹ ਕਿਸ ਮੂੰਹ ਨੂੰ ਲੈ ਕੇ ਇਸ ਮੁੱਦੇ ਨੂੰ ਲੈ ਕੇ ਧਰਨੇ ਪ੍ਰਦਰਸ਼ਨ ਕਰ ਰਹੇ ਨੇ, ਕਿਉਂਕਿ ਉਹਨਾਂ ਦੀ ਸਰਕਾਰ ਦੇ ਦੌਰਾਨ ਇਹ ਸਾਰਾ ਕੁਝ ਖੁਦ ਉਹਨਾਂ ਵੱਲੋਂ ਸ਼ੁਰੂ ਕੀਤਾ ਗਿਆ ਤੇ ਹੁਣ ਕਿਸ ਮੂੰਹ ਨੂੰ ਲੈ ਕੇ ਉਹ ਜਨਤਾ ਦੇ ਵਿਚਕਾਰ ਇਸ ਮੁੱਦੇ ਨੂੰ ਲੈ ਕੇ ਜਾ ਰਹੇ ਨੇ। ਤੇ ਦੂਜੇ ਪਾਸੇ ਉਹਨਾਂ ਦਾ ਕਹਿਣਾ ਕਿ ਉਹ ਲਗਾਤਾਰ ਉਹਨਾਂ ਤੇ ਇਲਜ਼ਾਮ ਲੱਗਦੇ ਜਾ ਰਹੇ ਨੇ ਕਿ ਉਹਨਾਂ ਦੀ ਮੀਟਿੰਗ ਬੀਜੇਪੀ ਨਾਲ ਹੋਈ ਹੈ ਜਾਂ ਹੋਰ ਪਾਰਟੀਆਂ ਨਾਲ ਹੋਈ ਹੈ, ਪਰ ਹਜੇ ਤੱਕ ਕੋਈ ਸਾਬਤ ਕਰ ਦੇਵੇ ਕਿਸੇ ਵੀ ਤਰ੍ਹਾਂ ਦੀ ਕੋਈ ਮੀਟਿੰਗ ਬੀਜੇਪੀ ਦੇ ਨਾਲ ਉਹਨਾਂ ਦੀ ਹੋਈ ਹੈ ਤਾਂ ਉਹ ਜੋ ਕਹਿਣਾ ਉਹ ਕਰਨ ਨੂੰ ਤਿਆਰ ਨੇ। ਤੇ ਕਿਸੇ ਵੀ ਪਾਰਟੀ ਦੇ ਨਾਲ ਉਹਨਾਂ ਦੀ ਕਿਸੇ ਵੀ 2022 ਇਲੈਕਸ਼ਨ ਨੂੰ ਲੈ ਕੇ ਹਜੇ ਤੱਕ ਕੋਈ ਮੀਟਿੰਗ ਨਹੀਂ ਹੋਈ ਆ, ਇਹ ਉਹਨਾਂ ਨੇ ਸਪਸ਼ਟ ਕੀਤਾ ਤੇ ਖੁਦ 2022 ਦੇ ਵਿੱਚ ਇਲੈਕਸ਼ਨ ਨਹੀਂ ਲੜਨਗੇ ਤੇ 2022 ਦੇ ਵਿੱਚ ਉਹਨਾਂ ਦੀ ਪਾਰਟੀ ਜ਼ਰੂਰ ਫੇਸ ਕਰੇਗੀ, ਪਰ ਖੁਦ ਇਲੈਕਸ਼ਨ ਨਹੀਂ ਲੜਨਗੇ, ਵੱਡਾ ਉਹਨਾਂ ਵੱਲੋਂ ਬਿਆਨ ਦਿੱਤਾ ਗਿਆ। कैमरामैन रोहित दे नाल एकता, दैनिक सवेरा टीवी लुधियाना। क्या आप है परेशान? क्या आपकी समस्या का हल नहीं हो पा रहा? तो निराश ना हो। 17 बार गोल्ड मेडलिस्ट मियां रफीक मोहम्मद, जिनके पास है आपकी हर समस्या का हल, चाहे वो बिजनेस से रिलेटेड हो या फिर हो करियर से रिलेटेड या फिर हो लव रिलेशनशिप। आपकी समस्या का हल होगा 31 घंटों में। फिर देर किस बात की? स्क्रीन पे दिए गए नंबर्स के ऊपर कॉल करो और अपनी समस्या का हल जल्द से जल्द पाएं। देश दुनिया की हर वड्डी खबर के लिए हुणे डाउनलोड करो नंबर 1 न्यूज़ ऐप दैनिक सवेरा टाइम्स।